ਦੋਸਤੋ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਵਰਜੇਸ। ਮੈਂ ਸੁਰਿੰਦਰ ਮਚਾਕੀ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਸੁਰਿੰਦਰ ਮਚਾਕੀ ਲਾਈਵ ਪਰਤ ਦਰ ਪਰਤ ਵਿੱਚ। ਦੋਸਤੋ, ਤਨਖਾਹ ਕਮਿਸ਼ਨ 6ਵਾਂ ਤਨਖਾਹ ਕਮਿਸ਼ਨ ਉਹਦੀ ਮਿਆਦ ਵਧੇਗੀ ਜਾਂ ਉਹ ਆਪਣੀ ਮਿਥੀ ਮਿਆਦ 30/6 ਤੱਕ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦੇਵੇਗਾ। ਕਾਫੀ ਚਿਰ ਤੋਂ ਇਹ ਮੁੱਦਾ ਮੁਲਾਜ਼ਮਾਂ ਦੇ ਵਿਚਕਾਰ ਬੜਾ ਕੁਰਸਟੀ ਵਾਲਾ ਉਤਸਕਤਾ ਵਾਲਾ ਬਣਿਆ ਹੋਇਆ ਸੀ ਔਰ ਵਿੱਚ ਵਿਚਾਲੇ ਇਸ ਗੱਲ ਦੇ ਸ਼ੰਕੇ ਵੀ ਸਾਹਮਣੇ ਆ ਰਹੇ ਸੀ ਕਿ ਸੰਭਵ ਹੈ ਕਿ ਸਰਕਾਰ ਪਿਛਲੇ ਵਾਂਗ ਹੀ ਇਸ ਵਾਰ ਵੀ ਪੇ ਕਮਿਸ਼ਨ ਦੀ ਮਿਆਦ ਵਿੱਚ ਹੋਰ ਵਾਧਾ ਕਰ ਦੇਵੇ ਅਤੇ ਅੱਜ ਉਹ ਸ਼ੰਕੇ ਸਹੀ ਸਾਬਤ ਹੋ ਗਏ ਨੇ। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਐਡੀਸ਼ਨਲ ਸੈਕਟਰੀ ਹਰਗੁਣਜੀਤ ਕੌਰ ਦੇ ਦਸਤਕਾਂ ਹੇਠ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਤਨਖਾਹ ਕਮਿਸ਼ਨ ਦੀ ਮਿਆਦ ਦੇ ਵਿੱਚ ਅਗਲੇ 6 ਮਹੀਨਿਆਂ ਲਈ ਹੋਰ ਵਾਧਾ ਕਰ ਦਿੱਤਾ। 30 ਜੂਨ ਨੂੰ ਮਿਆਦ ਪੁੱਗ ਰਹੀ ਸੀ ਅਤੇ 6 ਮਹੀਨੇ ਦੇ ਵਾਧੇ ਨਾਲ ਹੁਣ ਇਹ ਮਿਆਦ ਦਸੰਬਰ ਤੱਕ ਜਾਂਦੀ ਰਹੀ ਹੈ। ਦੂਜੇ ਸ਼ਬਦਾਂ ਦੇ ਵਿੱਚ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਨਖਾਹ ਸਕੇਲ ਅਤੇ ਹੋਰ ਭੱਤੇ ਮਿਲਦੀਆਂ ਜੋ ਉਮੀਦਾਂ ਮੁਲਾਜ਼ਮ ਲਾਈ ਬੈਠੇ ਸੀ, ਉਹ ਉਮੀਦਾਂ ਨੂੰ ਬੂਰ ਹੁਣ ਇਸ ਸਾਲ ਨਹੀਂ ਅਗਲੇ ਸਾਲ ਪਾਏਗਾ। ਅਤੇ ਅਗਲਾ ਸਾਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਈਅਰ ਹੈ। 2022 ਦੇ ਫਰਵਰੀ ਦੇ ਦਰਮਿਆਨ ਇਲੈਕਸ਼ਨ ਡਿਊ ਨੇ ਔਰ ਅਗਲੇ ਸਾਲ ਜਦੋਂ ਜਿਹੜਾ ਸਾਲ ਬਣਦਾ ਹੈ ਉਹ ਸਰਕਾਰ ਦਾ ਇਲੈਕਸ਼ਨ ਈਅਰ ਬਣਦਾ ਅਤੇ ਸੰਭਵ ਹੈ ਸਰਕਾਰ ਨੇ ਗਿਣੀ ਮਿਥੀ ਯੋਜਨਾ ਦੇ ਮੁਤਾਬਕ ਤਨਖਾਹ ਕਮਿਸ਼ਨ ਦੀ ਮਿਆਦ ਹੋਰ 6 ਮਹੀਨੇ ਵਧਾ ਕੇ ਅਤੇ ਜਿਹੜੀ ਰਿਪੋਰਟ ਹੈ ਰਿਪੋਰਟ ਆਪਦੇ ਇਲੈਕਸ਼ਨ ਬੈਨੀਫਿਟ ਕਰਕੇ ਅੱਗੇ ਲਟਕਾਈ ਹੋ ਸਕੇ। ਪਰ ਇਸ ਦੇ ਨਾਲ ਮੁਲਾਜ਼ਮਾਂ ਦੇ ਵਿੱਚ ਨਿਰਾਸ਼ਾ ਹੋਰ ਵੱਧ ਗਈ ਹੈ। ਸਰਕਾਰ ਪ੍ਰਤੀ ਨਿਰਾਸ਼ਾ ਲਗਾਤਾਰ ਮੁਲਾਜ਼ਮਾਂ 'ਚ ਵਧਣਾ ਕੋਈ ਚੰਗੀ ਗੱਲ ਨਹੀਂ। ਇੱਕ ਤਾਂ ਇਸ ਦੇ ਨਾਲ ਮੁਲਾਜ਼ਮਾਂ ਅਤੇ ਸਰਕਾਰ ਦੇ ਆਪਸੀ ਰਿਸ਼ਤੇ ਦੇ ਉੱਤੇ ਬਹੁਤ ਨਕਾਰਾਤਮਕ ਅਸਰ ਪੈਂਦਾ ਔਰ ਇਸ ਦਾ ਸਮੁੱਚੇ ਦਾ ਅਸਰ ਦਫ਼ਤਰੀ ਕੰਮਕਾਜ, ਦਫ਼ਤਰੀ ਸੱਭਿਆਚਾਰ ਦੀ ਕਾਰਜਸ਼ੈਲੀ ਦੇ ਵਿੱਚ ਵੀ ਪੈਂਦਾ ਔਰ ਅਲਟੀਮੇਟਲੀ ਇਹਦਾ ਜਿਹੜਾ ਨੁਕਸਾਨ ਹੈ ਉਹ ਲੋਕਾਂ ਨੂੰ ਭੁਗਤਣਾ ਪੈਂਦਾ। ਲੋਕ ਹਿੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ। ਸਰਕਾਰ ਵਿਰੁੱਧ ਵੀ ਗੁੱਸਾ ਵੱਧਦਾ ਅਤੇ ਗੁੱਸਾ ਮੁਲਾਜ਼ਮਾਂ ਵਿਰੁੱਧ ਵੀ ਵੱਧਦਾ। ਹਰ 10 ਵਰ੍ਹਿਆਂ ਬਾਅਦ ਮੁਲਾਜ਼ਮਾਂ ਨੂੰ ਤਨਖਾਹ ਭੱਤੇ ਅਤੇ ਹੋਰ ਸਹੂਲਤਾਂ ਸੋਧਣ ਦਾ ਇੱਕ ਸਿਸਟਮ ਲਾਗੂ ਹੈ, ਕੇਂਦਰ ਵਿੱਚ ਵੀ ਅਤੇ ਸੂਬਿਆਂ ਵਿੱਚ ਵੀ। ਕਈ ਸੂਬੇ ਕੇਂਦਰ ਦਾ ਜਿਹੜਾ ਸਿਸਟਮ ਆ ਉਹਨੂੰ ਅਡਾਪਟ ਕਰਦੇ ਨੇ ਅਤੇ ਕਈ ਆਪਣਾ ਇਹ ਤਨਖਾਹ ਕਮਿਸ਼ਨ ਬਿਠਾਉਂਦੇ ਨੇ। ਪੰਜਾਬ ਸਰਕਾਰ ਵੀ ਆਪਣਾ ਤਨਖਾਹ ਕਮਿਸ਼ਨ ਬਿਠਾਉਂਦੀ ਹੈ। ਪਿਛਲਾ ਤਨਖਾਹ ਕਮਿਸ਼ਨ ਜਿਹੜਾ 5ਵਾਂ ਹੈ ਉਹਦੀ ਰਿਪੋਰਟ 2006 ਤੋਂ ਲਾਗੂ ਹੋਈ ਹੈ ਔਰ ਅਗਲੇ ਤਨਖਾਹ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ 6ਵੇਂ ਦੀ ਉਹ 2016 ਤੋਂ ਲਾਗੂ ਹੋਣੀ ਹੈ ਅਤੇ ਹੁਣ 2020 ਜਾ ਰਿਹਾ। 4 ਸਾਲ ਤਨਖਾਹ ਕਮਿਸ਼ਨ ਦੀ 6ਵੇਂ ਦੀ ਰਿਪੋਰਟ ਲੇਟ ਹੈ। ਔਰ ਦੂਜੇ ਸ਼ਬਦਾਂ ਦੇ ਵਿੱਚ ਦੇਖਿਆ ਜਾਵੇ, ਜਦੋਂ ਮੁਲਕ ਭਰ ਦੇ ਵਿੱਚ ਸੂਬਾ ਸਰਕਾਰਾਂ ਦੇ ਮੁਲਾਜ਼ਮ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ 7ਵੇਂ ਤਨਖਾਹ ਕਮਿਸ਼ਨ ਦੇ ਸਿਫਾਰਸ਼ ਕੀਤੇ ਤਨਖਾਹ ਅਤੇ ਭੱਤੇ ਅਤੇ ਹੋਰ ਸਹੂਲਤਾਂ ਲੈ ਰਹੇ ਨੇ, ਤਾਂ ਪੰਜਾਬ ਮੁਲਕ ਦਾ ਵਿੱਚ ਇੱਕੋ ਇੱਕ ਉਹ ਸੂਬਾ ਹੈ ਜਿਸ ਦੇ ਮੁਲਾਜ਼ਮ 2006 ਦੇ ਤੈਅ ਕੀਤੇ ਮਾਪਦੰਡਾਂ ਮੁਤਾਬਕ ਤਨਖਾਹ ਅਤੇ ਭੱਤੇ ਲੈ ਰਹੇ ਨੇ। ਬਾਕੀ ਸੂਬਿਆਂ ਨਾਲੋਂ ਅਤੇ ਬਾਕੀ ਸੂਬਿਆਂ ਦੇ ਮੁਲਾਜ਼ਮਾਂ ਨਾਲੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲੋਂ 10 ਸਾਲ ਤਨਖਾਹ ਅਤੇ ਭੱਤਿਆਂ ਦੇ ਵਿੱਚ ਪਿੱਛੇ ਨੇ। ਔਰ ਵਿਅੰਗਮਈ ਸਥਿਤੀ ਦੇਖੋ ਇਹ ਕਿ ਪੰਜਾਬ ਸਰਕਾਰ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਮੰਤਰੀ ਅਤੇ ਮੁੱਖ ਮੰਤਰੀ ਅਤੇ ਜਿਹੜੀ ਬਿਊਰੋਕਰੇਸੀ ਹੈ
ਉਹ ਲਗਾਤਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਮੁਲਾਜ਼ਮ ਕੇਂਦਰ ਸਰਕਾਰ ਤੇ ਗੁਆਂਢੀ ਸੂਬਿਆਂ ਦੇ ਮੁਲਾਜ਼ਮਾਂ ਨਾਲੋਂ ਵੱਧ ਤਨਖਾਹ ਭੱਤੇ ਲੈ ਰਹੇ, ਜਦ ਕਿ ਹਕੀਕਤ ਇਹ ਹੈ ਕਿ 4 ਡੀਏ ਦੀਆਂ ਕਿਸ਼ਤਾਂ ਤੇ ਲਗਭਗ 148 ਮਹੀਨਿਆਂ ਦਾ ਡੀਏ ਦਾ ਬਕਾਇਆ ਪਾ ਕੇ, ਤੇ ਜੇ ਅਸੀਂ 6ਵੇਂ ਤਨਖਾਹ ਕਮਿਸ਼ਨ ਨੂੰ ਮੰਨ ਲਈਏ ਜੋ ਲਾਗੂ ਹੁੰਦਾ ਹੈ ਤੇ ਉਹਦੇ ਵਾਧੇ ਨੂੰ ਵੀ ਜੋੜ ਲਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਮੁਲਾਜ਼ਮ ਕਰੀਬ 45% ਕੇਂਦਰ ਸਰਕਾਰ ਤੇ ਗੁਆਂਢੀ ਸੂਬਿਆਂ ਦੇ ਮੁਲਾਜ਼ਮਾਂ ਨਾਲੋਂ ਘੱਟ ਤਨਖਾਹਾਂ ਤੇ ਭੱਤੇ ਲੈ ਰਹੇ ਨੇ। ਔਰ ਸਥਿਤੀ ਬੜੀ ਗੰਭੀਰ ਹੈ। ਔਰ ਇਸ ਸਥਿਤੀ ਦੇ ਵਿੱਚ ਜੇ ਅਸੀਂ ਦੇਖੀ ਜਾਈਏ ਕਿ ਕਾਂਗਰਸ ਪਾਰਟੀ ਜਿਹਨੇ ਵੋਟਾਂ ਦੇ ਵਿੱਚ ਹਰ ਵਰਗ ਨਾਲ ਬੜੇ ਵੱਡੇ ਵਾਅਦੇ ਕੀਤੇ, ਮੁਲਾਜ਼ਮਾਂ ਨਾਲ ਵੀ ਵਾਅਦੇ ਕੀਤੇ, ਤੇ ਮੁਲਾਜ਼ਮਾਂ ਨਾਲ ਜਿਹੜੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਿੱਚ ਇੱਕ ਵਾਅਦਾ ਇਹ ਵੀ ਸੀ ਕਿ ਆਉਂਦਿਆਂ ਸਾਰੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਾਂਗੇ। ਪਰ ਹੁਣ 3.5 ਸਾਲ ਦੇ ਲਗਭਗ ਬੀਤ ਗਏ, ਅਗਲੇ ਸਾਲ ਇਲੈਕਸ਼ਨ ਈਅਰ ਹੋ ਜਾਣਾ। ਸਰਕਾਰ ਦੀ ਜਿਹੜੀ ਪ੍ਰਾਇਓਰਟੀ ਹੈ ਉਹਦੇ ਵਿੱਚ ਮੁਲਾਜ਼ਮ ਤੇ ਨਾ ਹੀ ਮੁਲਾਜ਼ਮਾਂ ਦੇ ਹਿੱਤ ਹੈ ਨਹੀਂ। ਕਿਉਂ ਨਹੀਂ ਹੈਗੇ? ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਸਰਕਾਰ ਦੀਆਂ ਆਪਣੀਆਂ ਪ੍ਰਾਇਓਰਟੀਆਂ ਦੇ ਨਾਲ ਮੁਲਾਜ਼ਮਾਂ ਦੀ ਆਪਣੀ ਦਸ਼ਾ ਤੇ ਦਿਸ਼ਾ, ਮੁਲਾਜ਼ਮ ਜਥੇਬੰਦੀਆਂ ਦੀ ਦਸ਼ਾ ਤੇ ਦਿਸ਼ਾ, ਇਹ ਸਾਰਾ ਕੁਝ ਹੈਗਾ। ਹੁਣ ਜਦੋਂ ਇਹ ਤੈਅ ਹੋ ਗਿਆ ਕਿ 6ਵੇਂ ਤਨਖਾਹ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਇਸ ਸਾਲ ਲਾਗੂ ਨਹੀਂ ਹੋਏਗੀ, ਅਗਲੇ ਸਾਲ ਹੋਏਗੀ, ਤਾਂ ਮੁਲਾਜ਼ਮ ਜਥੇਬੰਦੀਆਂ ਦਾ, ਮੁਲਾਜ਼ਮਾਂ ਦਾ ਇਹਦੇ ਬਾਰੇ ਕੀ ਪ੍ਰਤੀਕਰਮ ਹੋਏਗਾ। ਹਾਲਾਂਕਿ ਜਦੋਂ ਅਸੀਂ ਕਰੋਨਾ ਕਾਲ 'ਚੋਂ ਗੁਜ਼ਰ ਰਹੇ ਹਾਂ, ਕਰੋਨਾ ਕਾਲ ਨੇ ਸਾਡੀ ਇੱਕ ਮਾਨਸਤਾ ਦੇ ਉੱਤੇ ਇੱਕ ਵੱਖਰੀ ਤਰ੍ਹਾਂ ਦੀ ਦਹਿਸ਼ਤ ਦੀ ਜਕੜ ਤੇ ਪਕੜ ਬਣਾਈ ਹੋਈ ਹੈ। ਔਰ ਇਸ ਦਹਿਸ਼ਤ ਤੇ ਜਿਹੜੀ ਸਾਡੀ ਪਕੜ ਤੇ ਜਕੜ ਹੈ, ਜਿਹੜੀ ਸਾਡੀ ਮਨੋਦਸ਼ਾ ਬਣ ਗਈ ਹੈ, ਇੱਕ ਤਾਂ ਇੱਕ ਜਿਹੜੀਆਂ ਬਾਹਰ ਮੁਖੀ ਹਾਲਤਾਂ ਪੈਦਾ ਕਰ ਦਿੱਤੀਆਂ ਨੇ ਕਰੋਨਾ ਕਾਲ ਦੀ ਆੜ ਵਿੱਚ ਸਰਕਾਰਾਂ ਨੇ, ਉਹਨਾਂ ਸਾਰਿਆਂ ਨੇ ਪਰਿਸਥਿਤੀਆਂ ਇਹ ਪੈਦਾ ਕਰ ਦਿੱਤੀਆਂ ਕਿ ਜਿਹੜਾ ਕਰੋਨਾ ਉਹ ਮੁਲਾਜ਼ਮਾਂ ਤੇ ਲੋਕਾਂ ਲਈ ਇੱਕ ਤਰ੍ਹਾਂ ਨਾਲ ਜੇ ਕਿਆਮਤ ਬਣ ਕੇ ਟੁੱਟਿਆ, ਤੇ ਸਰਕਾਰਾਂ ਲਈ ਇਹ ਬੜਾ ਰਹਿਮਤ ਸਾਬਤ ਹੋ ਰਿਹਾ। ਕਿਉਂਕਿ ਸਰਕਾਰਾਂ ਹਰ ਉਹ ਫੈਸਲਾ ਜੇ ਉਹ ਸਧਾਰਨ ਹਾਲਤਾਂ ਵਿੱਚ ਲਾਗੂ ਕਰਦੀਆਂ, ਲਾਗੂ ਕਰਦੀਆਂ, ਤਾਂ ਯਕੀਨਨ ਤੌਰ 'ਤੇ ਉਹਦਾ ਡਟਵਾਂ ਤੇ ਪ੍ਰਬਲ ਵਿਰੋਧ ਹੋਣਾ ਲਾਜ਼ਮੀ ਸੀ। ਪਰ ਕਰੋਨਾ ਕਾਲ ਦੇ ਵਿੱਚ ਜਿਹੜਾ ਡਿਜ਼ਾਸਟਰ ਮੈਂਟੇਨੈਂਸ ਐਕਟ ਲੱਗਾ, ਜਿਹਨੂੰ ਅਸੀਂ ਆਫਤ ਜਿਹੜਾ ਨਿਬੇੜਨ ਵਾਲਾ ਕਾਨੂੰਨ ਕਹਿੰਦੇ ਆ, ਨਜਿੱਠਣ ਵਾਲਾ, ਉਹ ਲੱਗਾ। ਉਹਦੇ ਕਰਕੇ ਜਿਹੜਾ ਸਮੁੱਚਾ ਜਿਹੜਾ ਢਾਂਚਾ ਉਹ ਹੁਣ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੇ ਅਧੀਨ ਆ ਚੁੱਕਿਆ, ਔਰ ਹਾਲਤ ਬੜੀ ਟਫ ਐਂਡ ਰਫ ਬਣ ਚੁੱਕੀ ਹੈ। ਔਰ ਇਹਦੇ ਵਿੱਚ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਵੀ ਸਮਝਦੀਆਂ ਨੇ ਕਿ ਮੁਲਾਜ਼ਮ ਜਾਂ ਹੋਰ ਜਿਹੜੇ ਵਰਕਿੰਗ ਸੈਕਸ਼ਨ ਨੇ ਉਸ ਤਰ੍ਹਾਂ ਭਖਵੇਂ ਰੂਪ ਦੇ ਵਿੱਚ ਕੋਈ ਵਿਰੋਧ ਪ੍ਰਦਰਸ਼ਨ ਜਾਂ ਕੋਈ ਘੋਲ ਵਿੱਢਣ ਦੀ ਸਥਿਤੀ ਵਿੱਚ ਨਹੀਂ ਹੈ। ਅਤੇ ਇਹ ਬੜਾ ਉਹਨਾਂ ਵਾਸਤੇ ਸਿਖਾਵਾਂ ਮੌਕਾ ਹੈ ਕਿ ਉਹ ਹਰ ਆਪਣੇ ਏਜੰਡੇ ਨੂੰ ਲਾਗੂ ਕਰਨ ਦਾ, ਚਾਹੇ ਜਿਹੜਾ ਹੈਗਾ ਵੱਖ ਜਿਹੜੇ ਜਨਤਕ ਅਦਾਰੇ ਨੇ, ਪਬਲਿਕ ਸੈਕਟਰ ਦੇ ਅਦਾਰੇ ਨੇ, ਉਹਨਾਂ ਨੂੰ ਵੇਚਣ ਦਾ ਸਵਾਲ ਹੋਵੇ, ਅਤੇ ਜਾਂ ਫਿਰ ਜਿਹੜੇ ਸਾਡੇ ਮੌਜੂਦਾ ਕਾਨੂੰਨ ਨੇ ਜਿਨ੍ਹਾਂ ਦਾ ਸਿੱਧਾ ਪ੍ਰਭਾਵ ਸਾਡੇ ਆਮ ਆਦਮੀ ਦੀ ਜ਼ਿੰਦਗੀ ਨਾਲ ਪੈਂਦਾ ਹੋਵੇ, ਉਹਦੇ ਵਿੱਚ ਰੱਦੋ ਬਦਲ ਕਰਨਾ ਹੋਵੇ, ਜਾਂ ਮਜ਼ਦੂਰਾਂ ਸੰਬੰਧੀ ਜਿਹੜੇ ਕਾਨੂੰਨ ਨੇ ਉਹਨਾਂ 'ਚ ਤੋੜ ਫੋੜ ਕਰਨੀ ਹੋਵੇ। ਅਤੇ ਜੇ ਤਾਜ਼ੀ ਮਿਸਾਲ ਲੈ ਲਈਏ, ਅੱਜ 17ਵੇਂ ਦਿਨ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ। ਲਗਾਤਾਰ ਵਾਧਾ ਹੋਣ ਦੇ ਬਾਵਜੂਦ ਵੀ ਕੋਈ ਉਹੋ ਜਿਹੀ ਰਜਿਸਟੈਂਸ ਕ੍ਰੀਏਟ ਨਹੀਂ ਹੋ ਰਹੀ ਸਰਕਾਰ ਦੇ ਨੂੰ ਰੋਕਣ ਵਾਲੀ। ਹਾਲਾਂਕਿ ਪੈਟਰੋਲ ਦੀ ਵੱਧ ਰਹੀ ਕੀਮਤ ਨੇ ਜ਼ਿੰਦਗੀ ਦੇ ਹਰ ਤਬਕੇ ਨੂੰ ਪ੍ਰਭਾਵਿਤ ਕੀਤਾ। ਜਿੱਥੇ ਸੈਲਰੀ ਪਰਸਨ ਪ੍ਰਭਾਵਿਤ ਹੋਇਆ, ਉੱਥੇ ਉਹ ਵੀ ਮਜ਼ਦੂਰ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਕੋਲ ਇਸ ਵੇਲੇ ਰੁਜ਼ਗਾਰ ਦੇ ਕੋਈ ਮੌਕੇ ਨਹੀਂ ਰਹੇ, ਅਤੇ ਜਮ੍ਹਾਂ ਪੂੰਜੀ ਉਹ ਕਦੋਂ ਦੀ ਖਤਮ ਕਰ ਚੁੱਕੇ ਨੇ। ਦੂਜੇ ਪਾਸੇ ਟਰਾਂਸਪੋਰਟ ਧੰਦਾ ਵੀ ਬੜਾ ਪ੍ਰਭਾਵਿਤ ਹੋਇਆ, ਕਿਉਂਕਿ
ਕਿ ਟਰਾਂਸਪੋਰਟ ਜਿਹੜਾ ਬਿਜ਼ਨਸ ਉਹ ਠੱਪ ਹੋ ਗਿਆ, ਪਰ ਕਿਸ਼ਤਾਂ ਤਾਂ ਹਾਲੇ ਬਕਾਇਆ ਨੇ, ਹੋਰ ਖਰਚੇ ਬਕਾਇਆ ਨੇ। ਅਗਲੀ ਗੱਲ ਨਾਲ ਇਹਦੇ ਹੋਰ ਜੋੜ ਲਿਆ ਕਿ ਇੱਕ ਪੈਟਰੋਲ ਦੀ ਕੀਮਤ ਵਧਣ ਦੇ ਨਾਲ, ਤੇਲ ਦੀ ਕੀਮਤ ਵਧਣ ਨਾਲ ਸਾਰਾ ਜਿਹੜਾ ਇੱਕ ਸਰਕਲ ਸਮਾਜ ਦਾ ਉਹ ਸਾਰਾ ਪ੍ਰਭਾਵਿਤ ਹੁੰਦਾ। ਢੋਆ ਢੁਆਈ ਤੱਕ ਮਹਿੰਗੀ ਹੁੰਦੀ ਹੈ, ਹਰ ਖਾਣ ਪੀਣ ਵਾਲੀ ਵਰਤਣ ਵਾਲੀ ਚੀਜ਼ ਮਹਿੰਗੀ ਹੁੰਦੀ ਹੈ, ਐਗਰੀਕਲਚਰ ਸੈਕਟਰ ਪ੍ਰਭਾਵਿਤ ਹੁੰਦਾ। ਮੈਂ ਇਹਦਾ ਜ਼ਿਕਰ ਤਾਂ ਕਰ ਰਿਹਾ ਕਿ ਐਡੇ ਵੱਡੇ ਪੱਧਰ ਉੱਤੇ ਪ੍ਰਭਾਵਿਤ ਕਰ ਸਕਣ ਵਾਲੇ ਇਹ ਜਿਹੜੇ ਵਾਧੇ ਦੇ ਵਿਰੋਧ ਦੇ ਵਿੱਚ ਨਾ ਤਾਂ ਕੋਈ ਰਾਜਨੀਤਿਕ ਤੌਰ ਦੇ ਉੱਤੇ ਕੋਈ ਜਿਹੜਾ ਵੱਡੇ ਪੱਧਰ ਉੱਤੇ ਕੋਈ ਸੰਘਰਸ਼ ਸਾਹਮਣੇ ਨਜ਼ਰ ਆ ਰਿਹਾ, ਅਤੇ ਨਾ ਹੀ ਮੁਲਾਜ਼ਮ ਜਾਂ ਹੋਰ ਧਿਰਾਂ ਵੱਲੋਂ ਆ ਰਿਹਾ। ਅਤੇ ਫਿਰ ਜਦੋਂ ਇਹ ਸਥਿਤੀ ਸਮੂਹ ਨੂੰ, ਐਡੇ ਵੱਡੇ ਸਮੂਹ ਨੂੰ ਪ੍ਰਭਾਵਿਤ ਕਰਨ ਵਾਲੀ ਹੈ, ਫਿਰ ਤਨਖਾਹ ਕਮਿਸ਼ਨ ਦੀ ਜਿਹੜੀ ਫੈਸਲਾ ਸਰਕਾਰ ਦਾ, ਇਹਦੇ ਸੰਬੰਧ ਵਿੱਚ ਮੁਲਾਜ਼ਮਾਂ ਦਾ ਕੀ ਰੁਖ ਹੋਵੇਗਾ? ਕੀ ਜਿਵੇਂ ਕਿਹਾ ਜਾਂਦਾ ਕਿ ਜਿਸ ਤਨ ਲੱਗੀ ਸੋ ਤਨ ਜਾਣੇ, ਅੱਜ ਮੁਲਾਜ਼ਮਾਂ ਦੇ ਹਿੱਤਾਂ 'ਤੇ ਪ੍ਰਭਾਵਿਤ ਹੋਈ ਹੈ, ਮੁਲਾਜ਼ਮਾਂ ਦੇ ਕਹਿ ਲਓ ਉੱਤੇ ਬਿੱਝ ਪਈ ਹੈ ਕਿ ਉਹ ਮੁਲਾਜ਼ਮ ਆਪਣੇ ਸੁੱਖ ਸਹੂਲਤਾਂ ਨੂੰ ਛੱਡ ਕੇ, ਕਰੋਨਾ ਦੀ ਦਹਿਸ਼ਤ ਛੱਡ ਕੇ ਆਪਣੇ ਦਫ਼ਤਰਾਂ 'ਚੋਂ ਬਾਹਰ ਆ ਕੇ ਲਾਜ਼ਮੀ ਤੌਰ 'ਤੇ ਕੋਈ ਇਹੋ ਜਿਹਾ ਫੈਸਲਾ ਲੈਣਗੇ ਜਿਹੜਾ ਮੁਲਾਜ਼ਮਾਂ ਦੇ ਜਿਹੜੇ ਇਸ ਵੇਲੇ ਦੁਚਿੱਤੀ ਹੈ, ਨਿਰਾਸ਼ਾ ਹੈ, ਉਹਨੂੰ ਸਰਕਾਰ ਪ੍ਰਤੀ ਰੋਹ ਅਤੇ ਗੁੱਸੇ 'ਚ ਬਦਲ ਕੇ ਸੜਕਾਂ 'ਤੇ ਲੈ ਆਵੇ। ਇਹਦੇ ਬਾਰੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਵੀ ਹੁਣ ਵਿਚਾਰ ਚਰਚਾ ਛਿੜ ਪਈ ਹੈ। ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ, ਜਿਹਦੀ ਅਗਵਾਈ ਸੱਜਣ ਸਿੰਘ ਅਤੇ ਰਣਬੀਰ ਸਿੰਘ ਢਿੱਲੋਂ ਕਰ ਰਹੇ ਨੇ, ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ, ਜਿਹਦੀ ਅਗਵਾਈ ਸਤੀਸ਼ ਰਾਣਾ ਕਰ ਰਹੇ ਨੇ, ਮੁਲਾਜ਼ਮ ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ, ਜਿਹਦੀ ਅਗਵਾਈ ਸੁਖਚੈਨ ਸਿੰਘ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ ਹਰੀ ਕਰ ਰਹੇ ਨੇ। ਔਰ ਇਹ ਤਿੰਨੇ ਜਿਹੜੇ ਜਿੱਥੇ ਫੈਡਰੇਸ਼ਨਾਂ ਅਤੇ ਮੰਚ ਨੇ, ਇਹ ਅਸਲ ਦੇ ਵਿੱਚ ਪੰਜਾਬ ਐਂਡ ਯੂਟੀ ਇੰਪਲਾਈਜ਼ ਐਂਡ ਪੈਨਸ਼ਨ ਸਾਂਝੇ ਫਰੰਟ ਦਾ ਵੀ ਹਿੱਸਾ ਨੇ, ਅਤੇ ਨਾਲ ਦੂਸਰੇ ਪਾਸੇ ਪੰਜਾਬ ਮੁਲਾਜ਼ਮ ਫਰੰਟ ਫੈਡਰੇਸ਼ਨ ਅਤੇ ਕੁਛ ਹੋਰ ਧਿਰਾਂ ਵੀ ਪੰਜਾਬ ਯੂਟੀ ਮੁਲਾਜ਼ਮ ਸਾਂਝਾ ਮੋਰਚਾ ਉਹਨਾਂ ਦਾ ਬਣਿਆ ਹੋਇਆ, ਉਹ ਵੀ ਵਿਉਂਤਬੰਦੀਆਂ ਕਰ ਰਹੇ ਨੇ। ਅਗਲੀ ਗੱਲ ਇਹਦੇ ਨਾਲ ਇੱਕ ਹੋਰ ਜੋੜਦੇ ਹਾਂ, ਮੁਲਕ ਦੀਆਂ 10 ਪ੍ਰਮੁੱਖ ਟ੍ਰੇਡ ਯੂਨੀਅਨਾਂ, ਜਿਹਦੇ ਵਿੱਚ ਏਟਕ, ਇੰਟਕ, ਸੀਟੂ ਅਤੇ ਇਫਟੂ ਪ੍ਰਮੁੱਖ ਨੇ, 22 ਮਈ ਨੂੰ ਉਹਨਾਂ ਨੇ ਕੁੱਲ ਹਿੰਦ ਪੱਧਰ 'ਤੇ, ਮੁਲਕ ਪੱਧਰ ਦੇ ਉੱਤੇ ਇੱਕ ਪ੍ਰੋਟੈਸਟ ਡੇ ਬਣਾ ਕੇ ਜਿਹੜੀ ਸਮਕਾਲੀ ਹਾਲਤਾਂ ਨੇ ਮਜ਼ਦੂਰਾਂ ਦੀਆਂ, ਮੁਲਾਜ਼ਮਾਂ ਦੀਆਂ, ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੀਆਂ, ਕਰੋਨਾ ਕਰਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ, ਜੋ ਕਾਨੂੰਨਾਂ 'ਚ ਬਦਲਾਅ ਹੋਇਆ, ਇਹ ਸਾਰੇ ਕੁਛ ਦੇ ਵਿਰੁੱਧ ਉਹਨਾਂ ਨੇ ਤਕੜਾ ਰੋਸ ਪ੍ਰਗਟਾਵਾ ਕੀਤਾ। ਪਰ ਸਰਕਾਰ ਰੁਕੀ ਨਹੀਂ। ਸਰਕਾਰ ਨੇ ਹੁਣ ਥੋੜ੍ਹੇ ਦਿਨ ਹੋ ਗਏ ਕੋਲਾ ਖਾਣਾ ਬਾਰੇ ਵੀ ਇੱਕ ਬੜਾ ਵੱਡਾ ਫੈਸਲਾ ਕੀਤਾ ਕਿ 100% ਉਹਦੇ 'ਚ FDI ਲਿਆ ਕੇ ਉਹਨੂੰ ਜਿਹੜਾ ਬਿਲਕੁਲ ਨਿੱਜੀ ਹੱਥਾਂ 'ਚ ਦੇਣ ਦੀ ਗੱਲ ਕੀਤੀ ਹੈ। ਹੋਰ ਵੀ ਜਿਹੜੇ ਪਿਛਲੇ ਸਮੇਂ 'ਚ ਮਹਿਕਮੇ ਨਹੀਂ ਵੇਚੇ ਜਾ ਸਕੇ ਸੀ, ਉਹ ਮਹਿਕਮੇ ਵੀ ਵੇਚਣ ਦੀਆਂ ਹੁਣ ਗੱਲਾਂ ਤੇਜ਼ ਹੋਈਆਂ ਨੇ। ਇਹ ਸਾਰੇ ਕੁਛ ਦੇ ਉੱਤੇ ਉਹਨਾਂ ਨੇ ਦੁਬਾਰਾ ਰਿਵਿਊ ਕਰਕੇ 3 ਜੁਲਾਈ ਨੂੰ ਮੁਲਕ ਭਰ ਦੇ ਵਿੱਚ ਇੱਕ ਹੋਰ ਪ੍ਰੋਟੈਸਟ ਡੇ ਮਨਾਇਆ ਜਾਣਾ। ਅਤੇ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰਾਂ, ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ, ਸੱਜਣ ਸਿੰਘ ਅਤੇ ਢਿੱਲੋਂ ਗਰੁੱਪ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਐਕਸ਼ਨ ਨੂੰ 3 ਤਰੀਕ ਨੂੰ ਸਪੋਰਟ ਕਰਨਗੇ, ਪਾਰਟੀਸਪੇਟ ਕਰਨਗੇ। ਪੋਸੀਬਿਲਿਟੀ ਹੈ ਦੂਜੇ ਜਿਹੜੇ ਹੈਗੇ ਹੋਰ ਜਥੇਬੰਦੀਆਂ, ਫੈਡਰੇਸ਼ਨਾਂ ਵੀ ਕਰਨ। ਅਤੇ ਯਕੀਨਨ ਤੌਰ ਦੇ ਉੱਤੇ ਇਹ ਜਿਹੜਾ ਤਨਖਾਹ ਕਮਿਸ਼ਨ ਦੀ ਰਿਪੋਰਟ, ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧੇ ਵਾਲਾ ਇਸ਼ੂ ਵੀ 3 ਜੁਲਾਈ ਦੇ ਐਕਸ਼ਨ ਦੇ ਵਿੱਚ ਮੇਜਰ ਇਸ਼ੂ ਬਣ ਕੇ ਉੱਭਰੇਗਾ। ਅਤੇ ਸੰਭਵ ਇਹ ਵੀ ਹੈ ਕਿ ਜੋ ਹੁਣ ਤੱਕ ਇਨਪੁਟਸ ਆਈ ਹੈ ਉਹਦੇ 'ਚ ਇਹ ਹੈ ਕਿ ਕੱਲ੍ਹ ਮੀਟਿੰਗ ਹੋ ਕੇ ਹਟੀ ਹੈ ਪੰਜਾਬ ਸਾਂਝਾ ਮੁਲਾਜ਼ਮ ਮੰਚ ਦੀ, ਉਹਦੇ ਵਿੱਚ ਵੀ ਬਹੁਤ ਸਾਰੇ ਇਸ਼ੂ ਵਿਚਾਰੇ ਗਏ ਨੇ। ਉਹਦੇ ਵਿੱਚ ਇਹ ਵੀ ਇਸ਼ੂ ਵਿਚਾਰਿਆ ਗਿਆ ਕਿ ਜਿਹੜੇ ਟੈਲੀਫੋਨ ਦੇ ਭੱਤੇ ਸੰਬੰਧੀ ਸਰਕਾਰ ਨੇ ਕੁਛ ਤਰਮੀਮਾਂ ਸੁਝਾਈਆਂ ਨੇ, ਉਹਦਾ ਇਸ਼ੂ ਪ੍ਰਮੁੱਖ ਤੌਰ 'ਤੇ ਵਿਚਾਰਿਆ ਗਿਆ। ਅਤੇ ਦੂਜੇ ਪਾਸੇ ਅੱਜ
ਜਿਹੜੇ ਸਾਂਝਾ ਅਧਿਆਪਕ ਮੰਚ ਹੈ ਉਹਦੀ ਅਗਵਾਈ ਵਿੱਚ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਅੱਗੇ ਜਿਹੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਉਸ ਬਿਆਨ ਦੀ ਵਿਰੋਧਤਾ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਧਿਆਪਕ ਵਿਹਲੇ ਨੇ ਅਤੇ ਵਿਹਲੇ ਅਧਿਆਪਕਾਂ ਨੂੰ ਤਨਖਾਹ ਦੇਣ ਨਾਲ ਹੋਰ ਕੰਮ ਲੈਣਾ ਠੀਕ ਹੈ। ਅੱਜ ਜਦੋਂ ਪੰਜਾਬ ਭਰ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਅੱਗੇ ਅਧਿਆਪਕ ਮੰਚ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਜਦੋਂ ਇਹ ਖਬਰ ਉਹਨਾਂ ਵਿੱਚ ਪਹੁੰਚੀ ਤਨਖਾਹ ਕਮਿਸ਼ਨ ਦੀ ਮਿਆਦ 'ਚ ਵਾਧੇ ਵਾਲੀ, ਅਤੇ ਯਕੀਨਨ ਤੌਰ 'ਤੇ ਉਹਨਾਂ ਨੂੰ ਜਿਹੜਾ ਉਹ ਗੁੱਸੇ 'ਚ ਹੋਰ ਵਾਧਾ ਕੀਤਾ ਔਰ ਪ੍ਰਦਰਸ਼ਨ ਦੀ ਜਿਹੜੀ ਰੂਪ ਰੇਖਾ ਉਹ ਇੱਕ ਤਰ੍ਹਾਂ ਬਦਲ ਕੇ ਰਹਿ ਗਈ ਹੈ। ਹੁਣ ਜੇ ਤਨਖਾਹ ਕਮਿਸ਼ਨ ਇੱਕ ਉਹ ਇਸ਼ੂ ਬਣ ਚੁੱਕਿਆ ਜਿਹਨੇ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੀ ਵਿਦਾਇਗੀ ਦੇ ਵਿੱਚ ਬਾਕੀ ਧਿਰਾਂ ਨਾਲ ਦੇ ਮੋਢੇ ਦਾ ਮੋਢਾ ਲਾ ਕੇ ਇਸ਼ੂਆਂ ਨਾਲ ਮੋਢੇ ਦਾ ਮੋਢਾ ਲਾ ਕੇ ਉਹਦੀ ਵਿਦਾਇਗੀ ਯਕੀਨੀ ਬਣਾਈ ਸੀ। ਰਾਜਨੀਤਿਕ ਹਲਕਿਆਂ ਦੇ ਵਿੱਚ ਇਹ ਕਿਆਸ ਰਾਈਆਂ ਬਣ ਰਹੀਆਂ ਨੇ, ਸਰਗੋਸ਼ੀਆਂ ਨੇ ਕਿ ਹੁਣ ਜਿਹੜੇ ਪੈਂਡਿੰਗ ਇਸ਼ੂ ਨੇ, ਪੈਂਡਿੰਗ ਵਾਅਦੇ ਨੇ ਜਿਹੜੇ ਮੁਲਾਜ਼ਮਾਂ ਨਾਲ ਸਰਕਾਰ ਨੇ ਰਾਜ ਸੱਤਾ ਦੀ ਜਦੋਂ ਚੋਣ ਲੜੀ ਜਾ ਰਹੀ ਸੀ ਵਿਧਾਨ ਸਭਾ ਦੀ 2017 ਵਿੱਚ ਕੀਤੇ ਸੀ, ਉਹਨਾਂ 'ਚੋਂ ਬਹੁਤੇ ਜਿਹੜੇ ਵਾਅਦੇ ਨੇ ਉਹ ਅਜੇ ਵੀ ਲਮਕਦੇ ਨੇ, ਜਿਨ੍ਹਾਂ ਵਿੱਚ ਤਨਖਾਹ ਕਮਿਸ਼ਨ ਵੀ ਹੈ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਵੀ। ਹਾਲਾਂਕਿ ਸਰਕਾਰ ਦਾ ਯਤਨ ਇਹ ਹੋਵੇਗਾ, ਰਾਜਨੀਤਿਕ ਇਹ ਪੈਂਤੜਾ ਸਰਕਾਰ ਦਾ ਸਾਹਮਣੇ ਆ ਰਿਹਾ ਕਿ ਸੰਭਵ ਹੈ ਕਿ 21 ਦੇ ਵਿੱਚ ਇਹਦੇ ਬਾਰੇ ਬਹੁਤ ਮਹੱਤਵਪੂਰਨ ਫੈਸਲੇ ਸਰਕਾਰ ਲਵੇ, ਅਤੇ ਇਹ ਵੀ ਸੰਭਵ ਹੈ ਕਿ ਜਿਹੜੀਆਂ ਮੁਲਾਜ਼ਮਾਂ ਦੇ ਅਸ਼ਾਂਤ ਕਰ ਰਹੀਆਂ ਨੇ ਮੁਲਾਜ਼ਮਾਂ ਨੂੰ ਮੰਗਾਂ, ਉਹ ਮੰਗਾਂ ਸੈਟਲਡ ਕਰ ਲਈਆਂ ਜਾਣ। ਪਰ ਇਸ ਗੱਲ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ। ਰਾਜਨੀਤਿਕ ਵਿਸ਼ਲੇਸ਼ਕ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਨੇ ਕਿ ਸਮਾਜ ਦੇ ਜਿਹੜੇ ਬਾਕੀ ਵਰਗ ਨੇ, ਨੌਜਵਾਨ ਹੈ, ਵਿਦਿਆਰਥੀ ਹੈ, ਕਿਸਾਨ ਹੈ, ਮਜ਼ਦੂਰ ਹੈ, ਛੋਟਾ ਦੁਕਾਨਦਾਰ ਹੈ, ਉਹ ਸਰਕਾਰ ਤੋਂ ਬੜਾ ਸਖਤ ਨਾਖੁਸ਼ ਹੈ। ਔਰ ਐਂਟੀ ਕੰਪੈਂਸੀ ਜਿਹਨੂੰ ਅਸੀਂ ਸੱਤਾ ਵਿਰੋਧੀ ਰੁਝਾਨ ਕਹਿ ਰਹੇ ਹਾਂ, ਅੱਜ ਦੇ ਦਿਨ ਦੇ ਵਿੱਚ ਪ੍ਰਬਲ ਸਥਿਤੀ ਵਿੱਚ ਵੱਧ ਰਿਹਾ ਔਰ ਮੁਲਾਜ਼ਮਾਂ ਦੇ ਵਿੱਚ ਵੀ ਸਰਕਾਰ ਪ੍ਰਤੀ ਨਿਰਾਸ਼ਾ ਅਤੇ ਗੁੱਸਾ ਬੜੀ ਤੇਜ਼ੀ ਨਾਲ ਵੱਧ ਰਿਹਾ। ਔਰ ਜਦੋਂ 2022 ਦੇ ਵਿੱਚ ਚੋਣਾਂ ਹੋਣਗੀਆਂ ਤਾਂ ਇਹ ਮੁਲਾਜ਼ਮਾਂ ਦਾ ਗੁੱਸਾ, ਮੁਲਾਜ਼ਮਾਂ ਦੀ ਨਿਰਾਸ਼ਾ ਇੱਕ ਬੜਾ ਅਹਿਮ ਫੈਕਟਰ ਹੋਏਗਾ। ਅਤੇ ਇਸ ਫੈਕਟਰ ਦੀ ਪਿੱਠ ਭੂਮੀ ਦੇ ਵਿੱਚ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਮੁੱਦਾ, ਜਿੱਥੇ ਟਾਈਮ ਟੂ ਟਾਈਮ ਡੀਏ ਦੀਆਂ ਕਿਸ਼ਤਾਂ ਦੇਣ ਵਾਲਾ ਮੁੱਦਾ, ਜਿੱਥੇ ਡੀਏ ਦੇ ਬਕਾਇਆ ਦੇਣ ਵਾਲਾ ਮੁੱਦਾ, ਅਤੇ ਹੋਰ ਜਿਹੜੇ ਵੱਖ-ਵੱਖ ਵਿਭਾਗਾਂ ਦੇ ਨਾਲ ਜੁੜੇ ਹੋਏ ਮੁੱਦੇ, ਅਤੇ ਨਾਲ 6ਵੇਂ ਤਨਖਾਹ ਕਮਿਸ਼ਨ ਵਾਲਾ ਜਿਹੜਾ ਸਾਰੇ ਹੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇੱਕ ਨੁਕਤੇ 'ਤੇ ਇਕੱਠਾ ਕਰਦਾ, ਇਹ ਮੁੱਦਾ ਵੀ ਉਸ ਫੈਕਟਰ ਦੀ ਪਿੱਠ ਭੂਮੀ ਦੇ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਔਰ ਸੰਭਵ ਹੈ ਕਿ ਜਿਹੜੀ 2022 ਦੇ ਵਿੱਚ ਕੋਈ ਵੀ ਪਾਰਟੀ ਚੋਣਾਂ 'ਚ ਜਿੱਤਦੀ ਹੈ ਜਾਂ ਹਾਰਦੀ ਹੈ, ਉਸ ਦੀ ਜਿੱਤ ਹਾਰ ਦੇ ਵਿੱਚ ਮੁਲਾਜ਼ਮ ਅਤੇ ਮੁਲਾਜ਼ਮ ਦੀਆਂ ਮੰਗਾਂ ਇੱਕ ਅਹਿਮ ਭੂਮਿਕਾ ਅਦਾ ਕਰਨਗੀਆਂ, ਇਹ ਯਕੀਨਨ ਹੈ। ਫਿਲਹਾਲ ਇਸ ਵੇਲੇ ਸਥਿਤੀ ਇਹ ਹੈ ਕਿ ਮੁਲਾਜ਼ਮ ਨਿਰਾਸ਼ਾ ਵਿੱਚ ਨੇ, ਮੁਲਾਜ਼ਮ ਸਰਕਾਰ ਤੋਂ ਸਖਤ ਨਾਖੁਸ਼ ਨੇ, ਸਰਕਾਰ ਪ੍ਰਤੀ ਮੁਲਾਜ਼ਮਾਂ 'ਚ ਗੁੱਸਾ ਚਰਮ ਸੀਮਾ ਵੱਲ ਵੱਧ ਰਿਹਾ, ਪਰ ਉਹ ਖੁਸ਼ ਆਪਣੀ ਜਥੇਬੰਦੀਆਂ ਤੋਂ ਵੀ ਨਹੀਂ। ਆਪਣੀ ਜਥੇਬੰਦੀਆਂ ਤੋਂ ਵੀ ਉਹਨਾਂ ਦੀ ਦੂਰੀ ਜਾਂ ਉਹਨਾਂ ਦੇ ਸ਼ਿਕਵੇ ਗਿਲੇ ਵਧੇ ਨੇ। ਕਿਉਂ ਵਧੇ ਨੇ, ਕਿਹੜੇ ਗਿਲੇ ਸ਼ਿਕਵੇ ਨੇ, ਇਹਦੇ ਬਾਰੇ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ, ਕਈ ਮੁਲਾਜ਼ਮ ਜਥੇਬੰਦੀਆਂ ਨੇ ਟੋਹ ਲਾਉਣ ਲਈ ਮੁਲਾਜ਼ਮਾਂ ਨਾਲ ਵਿਭਾਗੀ ਪੱਧਰ ਉੱਤੇ ਕਾਰਨਰ ਮੀਟਿੰਗਾਂ ਜਾਂ ਜਿਹਨੂੰ ਅਸੀਂ ਨੁੱਕੜ ਮੀਟਿੰਗਾਂ ਕਹਿੰਦੇ ਹਾਂ, ਉਹ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੇ ਮਨ ਨੂੰ ਜੋੜਨ ਦਾ ਇੱਕ ਵਿਸਥਾਰਤ ਪ੍ਰੋਗਰਾਮ ਵੀ ਬਣਾ ਲਿਆ। ਔਰ ਸੰਭਵ ਹੈ ਕਿ ਮੁਲਾਜ਼ਮ ਜਥੇਬੰਦੀਆਂ
ਮੁਲਾਜ਼ਮਾਂ ਦੇ ਜਿਹੜੇ ਵਾਜਬ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਦੂਰ ਕਰਕੇ ਉਹਨਾਂ ਦੀ ਜਿਹੜੀ ਆਪਾਂ ਉਹਨਾਂ ਦਾ ਵਿਸ਼ਵਾਸ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮ ਲੀਡਰਸ਼ਿਪ ਦੇ ਵਿੱਚ ਮੁੜ ਹਾਸਲ ਕਰ ਲੈਣ ਅਤੇ ਉਹ ਕਰਕੇ ਫਿਰ ਅਗਲੇ ਘੋਲ ਦੀ ਰੂਪ ਰੇਖਾ ਵੀ ਉਲੀਕੀ ਜਾ ਸਕਦੀ ਹੈ। ਫਿਲਹਾਲ ਤਨਖਾਹ ਕਮਿਸ਼ਨ ਦੀ ਰਿਪੋਰਟ ਨੇ, ਤਨਖਾਹ ਕਮਿਸ਼ਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੇ ਇੱਕ ਵੱਡੀ ਚੁਣੌਤੀ ਸੁੱਟੀ ਹੈ ਮੁਲਾਜ਼ਮਾਂ ਦੇ ਅੱਗੇ, ਇੱਕ ਚੁਣੌਤੀ ਵੱਡੀ ਸੁੱਟੀ ਹੈ ਮੁਲਾਜ਼ਮ ਜਥੇਬੰਦੀਆਂ ਦੇ ਅੱਗੇ। ਹੁਣ ਦੋਹਾਂ ਦਾ ਬਿਹਤਰ ਤਾਲਮੇਲ ਇਸ ਚੁਣੌਤੀ ਨੂੰ ਕਿਵੇਂ ਕਬੂਲ ਕਰਦਾ, ਇਹ ਇੱਕ ਵੱਡੀ ਚੁਣੌਤੀ ਮੁਲਾਜ਼ਮਾਂ ਅੱਗੇ ਵੀ ਹੈ ਅਤੇ ਮੁਲਾਜ਼ਮ ਜਥੇਬੰਦੀਆਂ ਅੱਗੇ ਵੀ ਹੈ। ਕਾਮਨਾ ਕਰਨੀ ਚਾਹੀਦੀ ਹੈ ਕਿ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਬੜੀ ਹੰਢੀ ਵਰਤੀ ਘੋਲਾਂ ਵਿੱਚ ਪਰਖੀ ਪਰੋੜ ਲੀਡਰਸ਼ਿਪ ਬੈਠੀ ਹੈ। ਦੂਜੇ ਪਾਸੇ ਇੱਕ ਨੌਜਵਾਨਾਂ ਦੀ ਜੋਸ਼ੀਲੀ ਟੀਮ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਹੋਰ ਸਾਰੀ ਸੂਚਨਾ ਅਤੇ ਹੋਰ ਸਾਰੇ ਗਿਆਨ ਦੇ ਸੂਤਰਾਂ ਤੋਂ ਅਪਡੇਟ ਹੈ, ਔਰ ਜਿਹੜਾ ਹੰਢਿਆ ਹੋਇਆ ਤਜਰਬਾ ਅਤੇ ਜੋਸ਼ ਨਵੀਂ ਜਿਹੜੇ ਲੀਡਰਸ਼ਿਪ ਦੋਹਾਂ ਲੀਡਰਸ਼ਿਪਾਂ ਦੇ ਵਿੱਚ ਜਿਹੜਾ ਤਾਲਮੇਲ ਬਣਨਾ, ਇੱਕ ਨਵਾਂ ਜਿਹੜਾ ਕਾਕਟੇਲ ਤਿਆਰ ਹੋਵੇਗਾ ਲੀਡਰਸ਼ਿਪ ਦਾ, ਯਕੀਨਨ ਰੂਪ ਦੇ ਵਿੱਚ ਮੈਂ ਸਮਝਦਾ ਮੁਲਾਜ਼ਮਾਂ ਦੇ ਵਿੱਚ ਨਿਰਾਸ਼ਾ ਨੂੰ ਦੂਰ ਕਰਕੇ ਜੋਸ਼ ਭਰ ਕੇ ਔਰ ਉਹਨਾਂ ਨੂੰ ਜਿਹੜਾ ਦਫ਼ਤਰਾਂ 'ਚੋਂ ਕੱਢ ਕੇ ਸੜਕਾਂ 'ਤੇ ਲਿਆਉਣ ਵਿੱਚ ਵੱਡੀ ਭੂਮਿਕਾ ਅਦਾ ਕਰੇਗਾ। ਔਰ ਹੋਰ ਮੰਗਾਂ ਦੇ ਨਾਲ ਤਨਖਾਹ ਕਮਿਸ਼ਨ ਦੀ ਮੰਗ ਉੱਤੇ ਵੀ ਕੋਈ ਫੈਸਲਾ ਕੁਨ ਜਿਹੜਾ ਹੈਗਾ ਘੋਲ ਛੱਡਣ ਦੀਆਂ ਸੰਭਾਵਨਾਵਾਂ ਨੂੰ ਹੋਰ ਉਜਾਗਰ ਕਰੇਗਾ। ਅਤੇ ਬਿਹਤਰ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਅੱਜ ਬੜੇ ਉਹਦੇ ਅੰਦਰੂਨੀ ਤੌਰ ਦੇ ਉੱਤੇ ਖਹਿਬਾਜ਼ੀ ਅਤੇ ਗੁੱਟਬਾਜ਼ੀ ਹੈ, ਵਿਚਾਰਧਾਰਕ ਭੇੜ ਹੈ, ਸ਼ਖਸੀ ਭੇੜ ਹੈ। ਔਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਬਿਊਰੋਕਰੇਟਿਕ 'ਚ ਬੜਾ ਕਨਫਲਿਕਟ ਹੈ, ਮੰਤਰੀਆਂ MLA ਅਤੇ CM ਦੇ ਵਿੱਚ ਵੀ ਬੜਾ ਕਨਫਲਿਕਟ ਹੈ। ਜਿਹੜੇ ਇਹ ਜਦੋਂ ਸਾਰੇ ਕਨਫਲਿਕਟ ਅੱਜ ਉੱਭਰ ਕੇ ਮੀਡੀਆ ਰਾਹੀਂ ਸਾਹਮਣੇ ਆ ਰਹੇ ਨੇ, ਅਤੇ ਜੇ ਮੁਲਾਜ਼ਮਾਂ ਆਪਣਾ ਸਕੱਤਰੇਤ ਜਾਂ ਹੋਰ ਦਫ਼ਤਰ ਬੰਦ ਕਰਕੇ ਬਾਹਰ ਆਉਂਦੇ ਨੇ ਅਤੇ ਯਕੀਨਨ ਤੌਰ ਦੇ ਉੱਤੇ ਸਰਕਾਰ ਲਈ ਇਹ ਬਹੁਤ ਵੱਡੀ ਚੁਣੌਤੀ ਵਾਲੀ ਸਥਿਤੀ ਹੋਏਗੀ, ਬਹੁਤ ਵੱਡੀ ਪਰਖ ਘੜੀ ਹੋਏਗੀ। ਅਤੇ ਚੰਗੀ ਗੱਲ ਇਹ ਹੋਵੇ ਕਿ ਮੁਲਾਜ਼ਮਾਂ ਨੂੰ ਕਾਨਫੀਡੈਂਸ ਵਿੱਚ ਲੈ ਕੇ, ਕਿਉਂਕਿ ਹੁਣ ਤਨਖਾਹ ਕਮਿਸ਼ਨ ਦੀ ਮਿਆਦ ਤਾਂ ਸਰਕਾਰ ਨੇ ਵਧਾ ਦਿੱਤੀ ਨੋਟੀਫਿਕੇਸ਼ਨ ਕਰਕੇ, ਅਤੇ ਮੁਲਾਜ਼ਮਾਂ ਦੇ ਕੁਛ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ, ਜਿਵੇਂ 5ਵੇਂ ਜਾਂ ਉਸ ਤੋਂ ਪਹਿਲੇ ਤਨਖਾਹ ਕਮਿਸ਼ਨਾਂ ਦੀ ਸਿਫਾਰਿਸ਼ ਸੀ ਕਿ ਜਦੋਂ 50% DA ਵੱਧ ਜਾਂਦਾ ਹੈ ਤਾਂ 50% ਜਿਹੜਾ DA ਹੈ ਉਹ ਮੁੱਢਲੀ ਤਨਖਾਹ ਵਿੱਚ ਜੋੜ ਕੇ ਉਹਨੂੰ ਮਹਿੰਗਾਈ ਤਨਖਾਹ ਜਾਂ ਡੀਰੇਸ ਪੇ ਬਣਾ ਦਿੱਤਾ ਜਾਵੇ। ਇੱਕ ਇਹ ਗੱਲ ਹੋ ਜੇ। ਦੂਜਾ, ਕਿਉਂਕਿ ਤਨਖਾਹ ਕਮਿਸ਼ਨ ਦੀ ਮਿਆਦ ਹੁਣ 6 ਮਹੀਨੇ ਵੱਧ ਗਈ ਹੈ, ਔਰ ਜਦੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਆਏਗੀ ਫਿਰ ਉਹਨੂੰ ਰਿਪੋਰਟ ਨੂੰ ਸਟੱਡੀ ਕਰਨ ਵਾਸਤੇ ਸਟੱਡੀ ਗਰੁੱਪ ਬਣੇਗਾ, ਫਿਰ ਉਹ ਗਰੁੱਪ ਨੂੰ ਇੰਪਲੀਮੈਂਟ ਕਰਨ ਵਾਲੀ ਕਮੇਟੀ ਬਣੇਗੀ। ਇੱਕ ਲੰਮਾ ਪ੍ਰੋਸੈਸ ਹੈ ਜਿਹੜਾ 6 ਤੋਂ 8 ਮਹੀਨੇ ਹੋਰ ਲੈ ਲਵੇਗਾ। ਇਹ ਸਾਰੀ ਸਥਿਤੀ ਦੇ ਵਿੱਚ ਕਿਉਂਕਿ 1 ਸਾਲ ਦਾ ਵਕਫਾ ਬਣ ਜਾਣਾ, ਅਤੇ ਇਹ ਵਕਫੇ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਹੋਰ ਖੋਰਾ ਲੱਗਣ ਦੀ ਸੰਭਾਵਨਾ ਹੈਗੀ ਹੈ। ਅਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਅੰਤਿਮ ਰਾਤ ਦੀ ਕਿਸ਼ਤ ਦੇ ਕੇ ਮੁਲਾਜ਼ਮਾਂ ਨੂੰ ਇੱਕ ਵਾਰ ਘੋਲ ਦੇ ਵਿੱਚ ਪੈਣ ਤੋਂ ਰੋਕਣ ਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੁਲਾਜ਼ਮਾਂ ਦੇ ਗੁੱਸੇ ਨੂੰ ਸ਼ਾਂਤ ਕਰਨੀ ਚਾਹੀਦੀ ਹੈ। ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਆਉਣ ਵਾਲੀਆਂ ਸਥਿਤੀਆਂ ਦੇ ਵਿੱਚ ਮੁਲਾਜ਼ਮ ਨਿਰਾਸ਼ਾ 'ਚੋਂ ਨਿਕਲਦੇ ਨੇ, ਮੁਲਾਜ਼ਮਾਂ ਦਾ ਆਪਣੇ ਜਥੇਬੰਦੀਆਂ 'ਚ ਵਿਸ਼ਵਾਸ ਮੁੜ ਪੈਦਾ ਹੁੰਦਾ, ਅਤੇ ਜਥੇਬੰਦੀਆਂ ਇਕੱਲੇ ਤੁਰਨ ਦੀ ਆਪਣੀ ਜਿਹੜੀ ਚਿਰ ਪਛਾਣੀ ਆਦਤ ਹੈ, ਉਹਨਾਂ ਦੀ ਇੱਕ ਪ੍ਰਵਿਰਤੀ ਹੈ, ਉਹਨੂੰ ਛੱਡ ਕੇ ਸਾਂਝੇ ਘੋਲ ਦੇ ਮੁੜ ਰਾਹ ਪੈਂਦੀਆਂ ਨੇ। ਅਤੇ ਸਰਕਾਰ ਇਹਨੂੰ ਕਿਵੇਂ ਨਜਿੱਠਦੀ ਹੈ, ਇਹ ਇੱਕ ਤਰ੍ਹਾਂ ਦਾ ਟ੍ਰਾਇੰਗਲ ਬਣ ਚੁੱਕਿਆ। ਟ੍ਰਾਇੰਗਲ ਹੁਣ ਕੀ ਰੂਪ ਲੈਂਦਾ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ। ਫਿਲਹਾਲ ਇਜਾਜ਼ਤ ਦਿਓ, ਫਿਰ ਤੁਹਾਡੇ ਨਾਲ ਕਿਸੇ ਹੋਰ ਮੁੱਦੇ 'ਤੇ ਲੈ ਕੇ ਹਾਜ਼ਰ ਹੋਵਾਂਗਾ। ਫਿਲਹਾਲ ਇਜਾਜ਼ਤ, ਧੰਨਵਾਦ। ਆਪਣਾ ਖਿਆਲ ਰੱਖਿਓ, ਆਪਣੇ ਪਰਿਵਾਰਾਂ ਦਾ ਖਿਆਲ ਰੱਖਿਓ, ਅਤੇ ਨਾ ਪੱਕੀ ਸਿਚੁਏਸ਼ਨਾਂ ਦੇ ਵਿੱਚੋਂ ਨਿਕਲ ਕੇ ਹਾਂ ਪੱਖੀ ਸੰਭਾਵਨਾ ਨੂੰ ਟਟੋਲੋ, ਵਿਚਾਰੋ, ਅਪਣਾਓ। ਧੰਨਵਾਦ।